ਜੀਉ ਪਿੰਡ ਸਭ ਤੇਰੀ ਰਾਹ, ਪਿਤਾ ਹਮ ਤੁਮਰੀ ਕਿਰ। ਤੁਮਰਾ ਅੰਤ ਚੇਤੇ ਊਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰ ਧਾਰੀ। ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਏ। ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ। ਅਰਜਨ ਹਰਿ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਏ, ਘਰ ਨੌ ਨਿਧ ਆਵੇ ਧਾਏ। ਸਭ ਥਾਈ ਹੋਏ ਸਹਾਏ। ਦਸਵੀਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਗ ਕੇ ਅਣਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ। ਖੋਪੜੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮਦਾਨ। ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ ਝੰਡੇ ਬੁੰਗੇ। ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣੋ, ਨਿਤਾਣਿਆਂ ਦੇ ਤਾਣੋ।
ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਓ। ਆਪ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਪਾਤਸ਼ਾਹ ਜੀਓ। ਆਪ ਜੀ ਦੀ ਕਿਰਪਾ ਸਦਕਾ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਨਾਮ ਸਿਮਰਨ ਨਿਤ ਨੇ ਬਾਣੀਆਂ ਦੇ ਸੰਗਤੀ ਜਾਪ ਆਸਾ ਕੀ ਵਾਰ ਆਨੰਦ ਸਾਹਿਬ ਜੀ ਦਾ ਕੀਰਤਨ ਹੋਇਆ ਪਾਤਸ਼ਾਹ ਜੀਓ। ਸਮੁੱਚੀ ਸੇਵਾ ਕਰਦਿਆਂ ਸਰਵਨ ਕਰਦਿਆਂ ਉੱਠਦਿਆਂ ਬੈਠਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਪਾਤਸ਼ਾਹ ਜੀ ਅੱਗੇ ਤੋਂ ਸਮਤ ਬਖਸ਼ਣੀ ਜੀ। ਦੂਰੋਂ ਨੇੜਿਓਂ ਆਈਆਂ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਣੀਆਂ ਪਾਤਸ਼ਾਹ ਜੀਓ। ਦਰ ਘਰ ਦੇ ਪ੍ਰੀਤਵਾਨ ਸੇਵਕ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ ਹਨ ਜੀ। ਸਰਦਾਰ ਪ੍ਰਭਦੀਪ ਸਿੰਘ ਤੇ ਬੀਬਾ ਸੁਖਵਿੰਦਰ ਕੌਰ, ਸਰਦਾਰ ਜਸਮੀਤ ਸਿੰਘ ਤੇ ਬੀਬਾ ਸਿਮਰਨ ਕੌਰ ਪਰਿਵਾਰਾਂ ਵੱਲੋਂ ਭੁਜੰਗੀ ਦੀ ਦਾਤ ਲਈ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਉਂਦੇ ਹਨ। ਦੇਗ ਲਈ ਮਾਇਆ ਭੇਟਾ ਹੋਈ ਸੇਵਾ ਥਾਂ ਪਾਉਣੀ ਪਾਤਸ਼ਾਹ ਜੀਓ। ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣਾ। ਸੇਵਕ ਪਰਿਵਾਰਾਂ ਨੂੰ ਭੁਜੰਗੀ ਦੀ ਬੱਚੇ ਦੀ ਦਾਤ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਸੇਵਕ ਪਰਿਵਾਰ ਵੱਲੋਂ ਰੁਮਾਲੇ ਦੀ ਸੇਵਾ ਹੋਈ ਪਾਤਸ਼ਾਹ ਜੀਓ। ਸੇਵਾ ਥਾਂ ਪਾਉਣੀ। ਸੇਵਕਾਂ ਦੇ ਲੋਕ ਪਰਲੋਕ ਪੜਦੇ ਕੱਜਣੇ ਪਾਤਸ਼ਾਹ ਜੀਓ। ਘਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਜੀ। ਸਮੂਹ ਸੰਗਤ ਪਰਿਵਾਰਾਂ ਤੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ। ਦੇਸ਼ਾਂ ਵਿਦੇਸ਼ਾਂ ਵਿੱਚ ਸਹਾਈ ਹੋਣਾ। ਅੰਗ ਸੰਗ ਹੋ ਕੇ ਹਰ ਪ੍ਰਕਾਰ ਦੀ ਰੱਖਿਆ ਸਹਾਇਤਾ ਕਰਨੀ ਪਾਤਸ਼ਾਹ ਜੀਓ। ਆਉਣ ਵਾਲਾ ਸਮਾਂ ਆਪਣੇ ਭਾਣੇ ਅੰਦਰ ਖੁਸ਼ੀਆਂ ਖੇੜਿਆਂ ਵਿੱਚ ਚੜ੍ਹਦੀ ਕਲਾ ਵਿੱਚ ਨਾਮ ਦੀ ਯਾਦ ਵਿੱਚ ਬਤੀਤ ਕਰਾਉਣਾ ਜੀ। ਤੰਦਰੁਸਤੀਆਂ ਬਖਸ਼ਣੀਆਂ ਕਾਰੋਬਾਰਾਂ 'ਚ ਵਾਧੇ ਕਰਨੇ। ਸੇਵਕ ਪਰਿਵਾਰਾਂ ਵੱਲੋਂ ਸਮੂਹ ਸਾਧ ਸੰਗਤ ਵੱਲੋਂ ਕੜਾਹ ਪ੍ਰਸ਼ਾਦ ਸੱਜ ਕੇ ਹਾਜ਼ਰ ਹੈ। ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤੇ ਜੀ। ਆਪ ਜੀ ਅਸੀਸ ਬਖਸ਼ੋ ਇਲਾਹੀ ਹੁਕਮ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕਰੋ ਜੀ। ਆਪ ਜੀ ਦੇ ਦਰ ਤੇ ਜੋ ਜੀਵ ਆਵੇ ਸੋ ਰਾਜੀ ਜਾਵੇ। ਸੁਖ ਹੋਵੇ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ। ਸਭ ਸਿਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ। ਜੋ ਪ੍ਰਭ ਕੋ ਮਿਲਬੋ ਚਹੇ ਰਾਜ ਕਰੇਗਾ ਖਾਲਸਾ। ਕੁਵਾਰ ਹੋਏ ਸਭ ਮਿਲੇਂਗੇ। ਕੁਵਾਰ ਹੋਏ ਸਭ ਮਿਲੇਂਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਦਾਨਾ, ਤੁਮਰੀ ਮਹਿਮਾ ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਧੰਨ ਵਾਹਿਗੁਰੂ ਸਾਹਿਬ ਜੀਓ। ਤਿਲੰਗ ਘਰ ਦੂਜਾ ਮਹਿਲਾ ਪੰਜਵਾਂ। ਤੁਧ ਬਿਨ ਦੂਜਾ ਨਾਹੀ ਕੋਏ। ਤੂੰ ਕਰਤਾਰ ਕਰੇ ਸੋ ਹੋਏ। ਤੇਰਾ ਜ਼ੋਰ ਤੇਰੀ ਮਨ ਟੇਕ। ਸਦਾ ਸਦਾ ਜਪ ਨਾਨਕ ਏਕ। ਤੁਧ ਬਿਨ ਦੂਜਾ ਨਾਹੀ ਕੋਏ। ਤੂੰ ਕਰਤਾਰ ਕਰੇ ਸੋ ਹੋਏ। ਤੇਰਾ ਜ਼ੋਰ ਤੇਰੀ ਮਨ ਟੇਕ। ਸਦਾ ਸਦਾ ਜਪ ਨਾਨਕ ਏਕ। ਸਭ ਉਪਰ ਪਰ ਬ੍ਰਹਮ ਦਾਤਾਰ। ਤੇਰੀ ਟੇਕ ਤੇਰਾ ਆਧਾਰ। ਰਹਾਓ ਹੈ ਤੂੰ ਹੋਵਨਹਾਰ। ਅਗੰਮ ਅਗਾਧ ਊਚ ਅਪਾਰ। ਜੋ ਤੁਧ ਸੇਵੇ ਤਿਨ ਭਉ ਦੁਖ ਨਾਹੀ। ਗੁਰ ਪ੍ਰਸਾਦ ਨਾਨਕ ਗੁਣ ਗਾਏ। ਜੋ ਦਿਸੈ ਸੋ ਤੇਰਾ ਰੂਪ। ਗੁਣ ਨਿਧਾਨ ਗੋਵਿੰਦ ਅਨੂਪ। ਸਿਮਰ 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 ਜਨ ਸੋਏ। ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕੋ ਬਲਹਾਰ। ਤਿਸ ਕੈ ਸੰਗ ਤਰੇ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ। ਸੰਤ ਜਨਾ ਕੀ ਬਾਂਛੋ ਤੂਰ। ਜਿਨ ਜਪਿਆ ਤਿਸ ਕੋ ਬਲਹਾਰ। ਤਿਸ ਕੈ ਸੰਗ ਤਰੇ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ।
दूर, संत जना की बांछों तूर। वाहिगुरु जी का खालसा, वाहिगुरु जी की फतेह। साजी निवाजी गुरु रूप गुरु प्यारी साध संगत जी, अज दा मुख वाक जो हजूर ने बख्शिश कीता है, तिलंग राग दा नाम है। घर दूजा, दूजे घर विच इस शब्द नूं गाया जा सकता है। महला पंजवां, पंजवीं पातशाह गुरु अर्जन साहब जी का शब्द है। 723 ते 24 अंक दे उत्ते ये शब्द सुभाईमान है। हजूर आखदे ने पहली पंक्ति तो, तुद बिन दूजा नाही कोई। हे मेरे वाहिगुरु, तेरे तो बिना कोई होर दूजा नहीं। इस संसार नूं रचन वाला तेरे तो बिना कोई होर नहीं हैगा। तेरे वर्गा इस ब्रह्मांड विच कोई होर नहीं हैगा। हे वाहिगुरु, तुहाडे वर्गा कोई होर नहीं हैगा, केवल तुसी इक्को ही जे। ये संसार नूं रचन वाला कोई होर नहीं आ, वो तुसी जे। तुद बिन दूजा नाही कोई, तेरे तो बिना कोई दूजा नहीं हैगा। तू करतार करे सो होय। तू करतार में, करतार दा अर्थ है क्रिएटर, करन वाला। तू संसार नूं पैदा करन वाला है, तू संसार नूं चलाउण वाला है। अगां भी चलाउंदा रहेगा, पिछे भी तू चलाउंदा रहेगा, वो चला रहा है। तू करतार करे, जो तू करदा है सो होए, ਉਹੀ ਹੁੰਦਾ है। जे तू नहीं चाहेगा ना, वो नहीं होएगा। जो तू नहीं चाहेगा वो नहीं होएगा। ते फिर असीं कहने भी जिहड़े पाप पुण्य होण ते ठीक है, पर पाप भी फिर रब दे हुक्म विच हो रहा। ये की गल दी फिर समझ नहीं ना आई। देखो रब ने ना जहर ते अमृत बनाया है, पाप ते पुण्य दो चीज़ां बनाईयां। हुण ये एक खेड आ भी बंदिया तू जहर नूं पीना है कि अमृत नूं पीना। ये रब ने सानू आज़ादी दिती है भी तू पुण्य करना है कि पाप करना है। ये तेनू आज़ादी दिती है, तू किनू चुनदा। रब ने ये इन्ना को हुक्म सानू कीता होया है भी तू पुण्य भी कर सकता है, तू पाप भी कर सकता है, तू चंगियाई भी कर सकता है, तू बुराई भी कर सकता है। तेरी मर्जी आ, तेरा फैसला है कि तू चंगियाई करनी आ कि बुराई करनी। ते जे बंदे ने बुराई चुन लई ते गुरु रब कहंदा कर ले फिर। ते फिर इस तो बाद की होएगा? गुरु कहंदे ने आपे बीज आपे ही खाओ। कर कर करना लिख ले जाओ, आपे बीज आपे ही खाओ। एक ना पंक्ति दे साडे समाज विच अर्थ जिहड़े है ना वो गलत ने, भावां कि असीं ला लैने आ। वो पंक्ति आ कहंदे भी दाना पानी जिहड़ा है, दाने पानी दी खेड है। दाना पानी विदेशां च लै आउंदा है, जिथे दाना पानी हुंदा है जी उत्थे मैं चले जावांगा। ये गल नहीं हुंदी। भावां कि ये गल सैट जी बैठ गई है, पर गुरमत अनुसार सही नहीं है। जे दाने पानी की गल आ ते फिर आपां पढ़ाइयां मेहनतां क्यों करदे कि बिना मेहनत तो पढ़ाई तो नौकरी मिल जाएगी। जे दाने पानी की गल आ भी दाने पानी दे तो छड्ड दिंदे फिर एक बच्चा अनपढ़ रह जाएगा, वो मेहनत करके तो खा सकता है पर उन्हें नौकरी नहीं मिलेगी, वो किसी फील्ड में तरक्की नहीं कर पाएगा। असीं कहने जी दाना हर दाने पानी ते मोहर लिखी मोहर लगी है, ये कहने हैं ना आपां। चलो मान लो भी पंजाब दे विच इन्ना अनाज पैदा हो रहा,
ਤੇ ਫਿਰ ਪੰਜਾਬੀਆਂ ਦੀ ਮੋਹਰ ਲੱਗੀ ਹੋਣੀ ਹੈ, ਇਹ ਅਸੀਂ ਸਾਨੂੰ ਖਾਣਾ ਚਾਹੀਦਾ ਨਾ। ਤੇ ਹੁਣ ਇੱਥੋਂ ਦਾ ਅਨਾਜ ਦੂਜੀ ਜਗ੍ਹਾ ਤੇ ਜਾ ਰਿਹਾ, ਫਿਰ ਦੂਜੇ ਮੰਨ ਲਓ ਕਿ ਇੱਥੋਂ ਦਾ ਅਨਾਜ ਮਹਾਰਾਸ਼ਟਰ ਗਿਆ, ਦਾਣੇ ਪਾਣੀ ਦੀ ਗੱਲ ਹੈ, ਤੇ ਫਿਰ ਮਹਾਰਾਸ਼ਟਰ ਵਾਲੇ ਲੋਕਾਂ ਦਾ ਜੇ ਦਾਣਾ ਪਾਣੀ ਇੱਥੇ ਲਿਖਿਆ ਹੈ, ਇੱਥੇ ਆ ਕੇ ਖਾ ਲੈ, ਇਹ ਦਾਣਾ ਪਾਣੀ ਉੱਥੇ ਜਾ ਰਿਹਾ। ਅਸੀਂ ਕਹਿੰਦੇ ਹਾਂ ਜੀ ਦਾਣਾ ਪਾਣੀ ਹੋਏਗਾ ਤੇ ਕੈਨੇਡਾ ਚਲੇ ਜਾਵਾਂਗਾ, ਅਮਰੀਕਾ ਚਲੇ ਜਾਵਾਂਗਾ, ਦਾਣਾ ਪਾਣੀ ਹੋਏਗਾ। ਤੇ ਜੇ ਦਾਣੇ ਪਾਣੀ ਦੀ ਗੱਲ ਆ, ਤੇ ਜਿਹੜਾ ਕੈਨੇਡਾ ਦੇ ਵਿੱਚ ਦਾਣਾ ਪਾਣੀ ਪੈਦਾ ਹੋਇਆ ਸੀ ਉਹ ਅਸੀਂ ਜਾ ਕੇ ਤੇ ਖਾ ਲਿਆ। ਤੇ ਫਿਰ ਅਗਲੀ ਗੱਲ ਧਿਆਨ ਰੱਖਣਾ, ਜੇ ਹਰ ਦਾਣੇ ਉੱਤੇ ਮੋਹਰ ਆ ਤੇ ਜਿਹੜੀਆਂ ਹੋਰ ਚੀਜ਼ਾਂ ਨੇ, ਮੰਨ ਲਓ ਵੀ ਇੱਕ ਸ਼ਰਾਬ ਆ, ਉਹਦੇ ਉੱਤੇ ਵੀ ਫਿਰ ਮੋਹਰ ਲੱਗੀ ਹੈ ਜੀ। ਜਿਹੜੀ ਸ਼ਰਾਬ ਆ ਬੰਦਾ ਪੀਂਦਾ, ਅਸੀਂ ਕਹਿੰਦੇ ਵੀ ਕਿਉਂ ਪੀਣਾ ਹੈ, ਬੰਦਾ ਪੀਂਦਾ, ਅਗਲਾ ਬੰਦਾ ਕਹੇ ਜੀ ਉੱਤੇ ਤੇ ਮੋਹਰ ਲੱਗੀ, ਰੱਬ ਨੇ ਲਾਈ ਮੋਹਰ ਤੇ ਉੱਤੇ ਪੀਣੀ ਪੈਣੀ ਹੈ, ਫਿਰ ਠੀਕ ਹੋ ਜਾਏਗਾ ਜੀ। ਫਿਰ ਇਹ ਸਿਸਟਮ ਮੰਨ ਲਓ ਵੀ ਇੱਕ ਬੰਦਾ ਦੇ ਦਾਰੂ ਪੀਂਦਾ ਆ, ਅੱਜ ਬਹੁਤ ਭੈੜੇ ਨਸ਼ੇ ਆ ਗਏ ਨੇ, ਬੜੇ ਖਤਰਨਾਕ ਨਸ਼ੇ ਆ ਗਏ ਨੇ, ਤੇ ਜੇ ਉਹ ਕਹੇ ਜੀ ਇਹਨਾਂ ਦੇ ਉੱਤੇ ਵੀ ਮੋਹਰ ਲੱਗੀ ਆ, ਜੇ ਦਾਣੇ ਪਾਣੀ ਦੇ ਉੱਤੇ ਮੋਹਰ ਲੱਗੀ ਹੈ ਤੇ ਇਹਦੇ ਤੇ ਵੀ ਮੋਹਰ ਲੱਗੀ ਹੈ, ਮੈਂ ਖਾ ਰਿਹਾ, ਰੱਬ ਨੇ ਮੋਹਰ ਲਾਈ ਸੀ, ਫਿਰ ਤੇ ਬੰਦਾ ਬਰੀ ਹੋ ਗਿਆ ਨਾ, ਬੰਦਾ ਬਚ ਗਿਆ ਨਾ ਜੀ। ਤੇ ਧਿਆਨ ਰੱਖਣਾ ਸਾਧ ਸੰਗਤ, ਬਸ ਮੋਹਰ ਨਹੀਂ ਲੱਗੀ। ਹੁਣ ਜਿਹੜੀ ਹਵਾ ਖਾਂਦੇ ਆ ਤੇ ਮੋਹਰ ਥੋੜਾ ਲੱਗੀ ਹੈ, ਆਪਾਂ ਇੱਥੇ ਹਵਾ ਲੈ ਲਈਏ, ਅਮਰੀਕਾ ਚਲ ਜਾਓ, ਅਮਰੀਕਾ ਚ ਆਕਸੀਜਨ ਲਈ ਜਾਓ, ਹਵਾ ਲਈ ਜਾਓ, ਉੱਥੋਂ ਦਾ ਪਾਣੀ ਪੀ ਜਾਓ। ਇੱਕ ਪੰਕਤੀ ਅਸੀਂ ਗੁਰਬਾਣੀ ਚੋਂ ਲੈ ਲੈਂਦੇ ਆ, ਜਹਾਂ ਦਾਣੇ ਤਹਾਂ ਖਾਣੇ, ਪਰ ਇਹਦੇ ਅਰਥ ਜਿਹੜੇ ਆ ਨਾ ਉਹ ਅਸੀਂ ਸਾਰੇ ਨਹੀਂ ਪੜ੍ਹੇ। ਦੋ ਪੰਕਤੀਆਂ ਨੇ, ਹੁਣ ਤੁਹਾਡੇ ਸਾਹਮਣੇ ਅਰਥ ਕਰਾਂਗੇ, ਯਤਨ ਹੋਏਗਾ ਵੀ ਸਮਝ ਆ ਜਾਏ, ਕਿਉਂਕਿ ਇਹ ਸ਼ਬਦ ਐਸੇ ਨੇ ਕਿ ਸਮਝ ਨਹੀਂ ਆਉਂਦੇ ਛੇਤੀ। ਹੁਣ ਤੁਸੀਂ ਧਿਆਨ ਲਾ ਕੇ ਸਮਝਣਾ ਜੀ, ਦੋ ਪੰਕਤੀਆਂ ਨੇ ਸਮਝ ਲੈਣਾ। ਗੁਰੂ ਕਹਿੰਦੇ ਆ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਇੱਥੇ ਗੁਰੂ ਪਾਤਸ਼ਾਹ ਨੇ ਕਿਹੜੀ ਗੱਲ ਕੀਤੀ ਤੇ ਅਸੀਂ ਉਹਦਾ ਮੀਨਿੰਗ ਕੀ ਲੈ ਰਹੇ ਹਾਂ, ਤੇ ਇਸ ਪੰਕਤੀ ਨੂੰ ਅਸੀਂ ਵਰਤ ਕਿਸ ਢੰਗ ਨਾਲ ਰਹੇ ਹਾਂ। ਹੁਣ ਦੇਖੋ, ਨੱਕ ਨੱਥ, ਨੱਕ ਦੇ ਵਿੱਚ ਨੱਥ ਪਾਈ ਹੈ, ਜਿਵੇਂ ਪਸ਼ੂ ਦੇ ਨੱਕ ਵਿੱਚ ਨੱਥ ਨਹੀਂ ਪਾਉਂਦੇ, ਜਿਹੜੇ ਪਿੰਡਾਂ 'ਚ ਪਸ਼ੂ ਰੱਖੇ ਨੇ, ਮੱਝਾਂ ਗਾਵਾਂ ਰੱਖੀਆਂ ਨੇ, ਜਦੋਂ ਪਸ਼ੂ ਅੜੀ ਕਰਦਾ ਨਾ, ਜਦੋਂ ਪਸ਼ੂ ਵੱਧ ਫੈਲੀ ਕਰਦਾ ਹੈ, ਢੁੱਡਾ ਮਾਰਦਾ, ਸਿੰਘ ਮਾਰਦਾ ਤੇ ਉਹ ਰੱਸਾ ਛਡਾ ਕੇ ਫਸਲਾਂ ਲੋਕਾਂ ਦੀਆਂ ਉਜਾੜਦਾ, ਕਹਿੰਦੇ ਇਹਨੂੰ ਨੱਥ ਪਾਓ, ਇਹਨੂੰ ਫਿਰ ਕਾਬੂ ਹੋਣਾ ਜੇ। ਉਹਨੂੰ ਨੱਥ ਪਾ ਕੇ ਕਾਬੂ ਕੀਤਾ ਜਾਂਦਾ। ਹੁਣ ਇੱਥੇ ਗੁਰੂ ਕਹਿੰਦੇ ਆ, ਰੱਬ ਨੇ ਨਾ ਇੱਕ ਨੱਥ ਪਾਈ ਹੈ ਸਾਰੇ ਜੀਵਾਂ ਦੇ ਨੱਕ ਵਿੱਚ, ਮਾਨੋ ਕਿ ਜਿਵੇਂ ਨੱਥ ਪਾਈ ਹੁੰਦੀ ਹੈ, ਕਿਹੜੀ? ਮਰਜ਼ਾਦਾ ਦੀ, ਭਾਣੇ ਦੀ, ਹੁਕਮ ਦੀ, ਕਾਨੂੰਨ ਦੀ, ਅਨੁਸ਼ਾਸਨ ਦੀ, ਸੰਵਿਧਾਨ ਦੀ। ਰੱਬ ਨੇ ਇੱਕ ਕਾਨੂੰਨ ਬਣਾਇਆ ਹੈ, ਉਹ ਕਾਨੂੰਨ ਇੱਕ ਨੱਥ ਪਾਈ ਹੈ ਵੀ ਇਸ ਨੱਥ ਦੇ ਵਿੱਚ ਰਿਓ, ਕਾਨੂੰਨ ਚ ਰਿਓ। ਹੁਣ ਜਿਹੜੀ ਨੱਥ ਪਾਈ ਹੈ ਨਾ, ਜਿਹੜਾ ਰੱਸਾ ਪਾਇਆ ਹੈ, ਨਕੇਲ ਪਾਈ ਹੈ ਉਹਦੇ ਪਸ਼ੂ ਦੇ ਨੱਕ ਵਿੱਚ, ਜਿਹੜਾ ਰੱਸਾ ਪਾ ਕੇ ਬੰਨਿਆ ਉਹ 2 3 4 5 ਫੁੱਟ ਹੁੰਦਾ ਨਾ, ਉਹ ਜਿੰਨੇ ਫੁੱਟ ਹੋਏਗਾ ਰੱਸਾ ਉਹਨਾਂ ਪਸ਼ੂ ਘੁੰਮ ਸਕਦਾ, ਉਸ ਤੋਂ ਛੁਡਾ ਕੇ ਰੱਸਾ ਤੁੜਾ ਕੇ ਤੇ ਨਹੀਂ ਭੱਜ ਸਕਦਾ ਨਾ, ਜੇ ਭਾਜਾ ਵੀ ਉਹ ਵੱਖਰੀ ਗੱਲ। ਹੁਣ ਗੁਰੂ ਕੀ ਕਹਿਣਾ ਚਾਹੁੰਦੇ? ਗੁਰੂ ਕਹਿੰਦੇ ਆ ਵੀ ਰੱਸਾ ਜਿੰਨਾ ਲੰਮਾ ਰੱਸਾ ਪਸ਼ੂ ਨੂੰ ਪਾਇਆ ਹੈ, ਪਸ਼ੂ ਉਹਨਾਂ ਤੇ ਘੁੰਮ ਫਿਰ ਸਕਦਾ ਹੈ, ਪਰ ਉਸ ਤੋਂ ਅੱਗੇ ਨਹੀਂ ਜਾ ਸਕਦਾ। ਗੁਰੂ ਕਹਿੰਦੇ ਰੱਬ ਨੇ ਤੁਹਾਨੂੰ ਮਰਜ਼ਾਦਾ ਦਿੱਤੀ ਹੈ, ਤੁਸੀਂ ਮਰਜ਼ਾਦਾ ਚ ਰਿਓ। ਇਹ ਨੱਥ ਪਾਈ ਹੈ ਰੱਬ ਨੇ, ਮਰਜ਼ਾਦਾ ਚ ਰਹੋਗੇ ਤੇ ਪ੍ਰਮਾਤਮਾ ਦੀ ਬਖਸ਼ਿਸ਼ ਦੇ ਪਾਤਰ ਬਣੋਗੇ। ਤੇ ਬੰਦਾ ਮਰਜ਼ਾਦਾ ਚ ਨਹੀਂ ਰਹਿੰਦਾ ਜੀ। ਨੱਕ ਨੱਥ, ਨੱਕ ਦੇ ਵਿੱਚ ਨੱਥ ਪਾਈ ਹੈ ਰੱਬ ਨੇ, ਕਿਹੜੀ? ਮਰਜ਼ਾਦਾ ਦੀ। ਤੇ ਖਸਮ ਹੱਥ, ਇਹ ਜਿਹੜੀ ਮਰਜ਼ਾਦਾ ਦੀ ਨੱਥ ਆ ਖਸਮ ਦੇ ਹੱਥ ਵਿੱਚ ਆ, ਰੱਬ ਦੇ ਹੱਥ ਵਿੱਚ ਆ। ਇਹ ਮਰਜ਼ਾਦਾ ਰੱਬ ਨੇ ਬਣਾਈਆਂ, ਇਹ ਰੱਸਾ ਰੱਬ ਨੇ ਪਾਇਆ। ਹੁਣ ਦੇਖੋ ਜੀ, ਆਹ ਸ਼ਬਦ ਸਮਝ ਲੱਗ ਗਏ ਸਾਨੂੰ, ਨੱਕ ਨੱਥ ਤੇ ਖਸਮ ਹੱਥ। ਹੁਣ ਖੁਰਲੀ ਤੇ ਪਸ਼ੂ ਬੰਨਿਆ ਹੋਵੇ ਨਾ, ਸੰਗਲ ਪਾ ਕੇ, ਨੱਥ ਪਾ ਕੇ, ਉਹ ਕਹਿੰਦਾ ਵੀ ਮੈਂ ਦੂਜਿਆਂ ਦੇ ਪੱਠੇ ਵੀ ਖਾ ਲਵਾਂ। ਪਸ਼ੂ ਇਹ ਸੋਚਦਾ ਨਾ ਵੀ ਦੂਜੇ ਦੀ ਪੱਠੇ ਵੀ ਮੈਂ ਖਾ ਜਾਵਾਂ। ਬੰਦਾ ਵੀ ਇਹ ਚਾਹੁੰਦਾ ਹੈ ਵੀ ਮੈਂ ਕੁਝ ਇੰਜ ਕਰ ਲਵਾਂ, ਮੈਂ ਆ ਪਾਪ ਕਰ ਲਵਾਂ। ਕੀ ਫਰਕ ਪੈਂਦਾ? ਕਿਹੜਾ ਕੋਈ ਵੇਖਣ ਡਿਆ?
ਨਕ ਨਥ ਖਸਮ ਹੱਥ ਕਿਰਤ ਧੱਕੇ ਦੇ। ਗੁਰਬਾਣੀ ਦੀ ਗ੍ਰਾਮਰ ਅਨੁਸਾਰ ਇੱਥੇ ਕਿਰਤ ਦਾ ਅਰਥ ਕਿਰਤ ਕਮਾਈ ਵਾਲੀ ਮਿਹਨਤ ਨਹੀਂ। ਇੱਥੇ ਤੱਤੇ ਨੂੰ ਔਂਕੜ ਪਿਆ ਤੇ ਔਂਕੜ ਇਹ ਗੱਲ ਕਹਿੰਦਾ ਵੀ ਇੱਕ ਵਚਨ ਪੁਲਿੰਗ, ਇੱਕ ਵਚਨ ਪੁਲਿੰਗ। ਜੇ ਸਿਹਾਰੀ ਆਉਂਦੀ ਕੀਰਤ, ਤੱਤੇ ਨੂੰ ਸਿਹਾਰੀ ਆਉਂਦੀ ਫਿਰ ਹੋਣਾ ਸੀ ਕਿਰਤ, ਕਿਰਤ ਫਿਰ ਹੋਣਾ ਸੀ। ਇੱਥੇ ਤੁਸੀਂ ਵੇਖਿਓ ਸ਼ਬਦ ਕੱਢ ਕੇ, ਇੱਥੇ ਤੱਤੇ ਨੂੰ ਔਂਕੜ ਆਇਆ ਹੋਵੇਗਾ। ਉਹ ਕਿਰਤ ਨੂੰ ਜਦੋਂ ਔਂਕੜ ਆ ਗਿਆ ਤੇ ਉਹਦਾ ਅਰਥ ਬਣਿਆ ਸੁਭਾਅ। ਬੰਦੇ ਦਾ ਭੈੜਾ ਸੁਭਾਅ ਜਿਹੜਾ ਹੈ ਉਹ ਸੰਗਲ ਨੱਥ ਤੋੜਨਾ ਚਾਹੁੰਦਾ ਹੈ, ਮਰਜ਼ਾਦਾ ਤੋੜਨਾ ਚਾਹੁੰਦਾ ਹੈ ਰੱਬ ਦੀ। ਰੱਬ ਤੇ ਕਹਿੰਦਾ ਵੀ ਸਹੀ ਮਾਰਗ ਵਿੱਚ ਰਹਿ, ਸਹੀ ਰਸਤੇ ਵਿੱਚ ਰਹਿ, ਸਹੀ ਮਰਜ਼ਾਦਾ 'ਚ ਰਹਿ, ਪਰ ਬੰਦੇ ਦਾ ਸੁਭਾਅ ਭੈੜਾ ਸੁਭਾਅ ਕਹਿੰਦਾ ਵੀ ਨਹੀਂ, ਫੱਟੇ ਚੱਕ ਦੇ ਤੂੰ। ਕਿਰਤ ਧੱਕੇ ਦੇ, ਕਿਰਤ ਨੇ ਸੁਭਾਅ ਨੇ ਧੱਕਾ ਦਿੱਤਾ ਵੀ ਤੂੰ ਦੂਜੇ ਦਾ ਇੰਜ ਕਰ ਦੇ, ਦੂਜੇ ਦਾ ਹੱਕ ਮਾਰ ਲੈ, ਦੂਜੇ ਦਾ ਕੰਮ ਗੜਬੜ ਕਰ ਦੇ, ਪਾਪ ਕਰ ਦੇ, ਬੁਰਾਈ ਕਰ ਦੇ। ਹੁਣ ਗੁਰੂ ਕਹਿੰਦੇ ਆ ਵੀ ਤੈਨੂੰ ਇਹ ਆਜ਼ਾਦੀ ਆ, ਤੂੰ ਬੁਰਾ ਕਰ ਸਕਦਾ ਤੇ ਜਿਹੜਾ ਕੰਮ ਬੁਰਾ ਕਰੇਗਾ ਨਾ ਉਹ ਬੀਜ ਬੀਜੇਗਾ। ਜਦੋਂ ਤੁਸੀਂ ਇੱਥੇ ਕਣਕ ਖਿਲਾਰਦੇ ਨੇ ਤੇ ਕਣਕ ਖਿਲਾਰ ਨੂੰ ਕੀ ਕਹਿੰਦੇ ਨੇ? ਬੀਜ ਬੀਜਣਾ। ਬੀਜ ਖਿਲਾਰ ਦਿੱਤਾ। ਬੀਜ ਖਿਲਾਰਨ ਦਾ ਅਰਥ ਆ ਬੀਜ ਬੀਜਣਾ। ਗੁਰੂ ਕਹਿੰਦੇ ਆ ਵੀ ਜਦੋਂ ਤੂੰ ਨਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਤੇਰੇ ਅੰਦਰ ਦੇ ਭੈੜੇ ਸੁਭਾਅ ਨੇ ਧੱਕਾ ਦਿੱਤਾ ਵੀ ਛੱਡ ਯਾਰ ਰੱਬ ਦੀ ਮਰਜ਼ਾਦਾ, ਛੱਡ ਤੂੰ ਰੱਬ ਦੀ ਸੱਚ ਦੀ ਗੱਲ, ਤੂੰ ਇਧਰ ਪਾਪ ਕਰ, ਬੜਾ ਫਾਇਦਾ ਹੋ ਰਿਹਾ। ਕਿਰਤ ਧੱਕੇ ਦੇ, ਅੰਦਰ ਦੇ ਸੁਭਾਅ ਨੇ ਧੱਕਾ ਦਿੱਤਾ ਵੀ ਬੁਰਾ ਕੰਮ ਕਰ। ਜਦੋਂ ਬੁਰੇ ਕੰਮ ਕੀਤੇ ਬੰਦੇ ਨੇ, ਜਿੱਥੇ ਜਿੱਥੇ ਬੁਰੇ ਕੰਮ ਕੀਤੇ ਉਹ ਬੰਦੇ ਨੇ ਬੁਰੇ ਬੀਜ ਬੀਜੇ ਆ, ਉਹ ਬੁਰੇ ਦਾਣੇ ਖਿਲਾਰ ਦਿੱਤੇ ਆ। ਤੇ ਗੁਰੂ ਕਹਿੰਦੇ ਨੇ ਹੁਣ ਜਿੱਥੇ ਤੂੰ ਦਾਣੇ ਖਿਲਾਰੇ ਨੇ ਨਾ, ਕਰਮਾਂ ਦੇ ਦਾਣੇ ਖਿਲਾਰੇ ਨੇ, ਕਰਮ ਕੀਤੇ ਨੇ ਜਿੱਥੇ, ਜਹਾਂ ਦਾਣੇ ਤਹਾਂ ਖਾਣੇ। ਉਹ ਜਿਹੜੇ ਕਰਮ ਕੀਤੇ ਨੇ, ਤੂੰ ਦਾਣੇ ਬੀਜੇ ਨੇ, ਉਹ ਤੈਨੂੰ ਖਾਣੇ ਪੈਣੇ ਨੇ। ਉਹ ਖਾਣ ਦਾ ਤਰੀਕਾ ਜਿਹੜਾ ਹੈ ਉਹ ਵੱਖਰਾ ਹੋ ਸਕਦਾ ਹੈ। ਇਹ ਨਹੀਂ ਵੀ ਕਿਸੇ ਨੇ 100 ਰੁਪਈਏ ਦਾ ਨੁਕਸਾਨ ਕੀਤਾ ਹੈ। ਮੰਨ ਲਓ ਮੈਂ ਕਿਸੇ ਦਾ ਨੋਟ ਪਾੜ ਦਿੱਤਾ 100 ਰੁਪਈਏ ਦਾ, ਤੇ ਇਹਦਾ ਮਤਲਬ ਇਹ ਨਹੀਂ ਵੀ ਮੇਰਾ ਵੀ 100 ਰੁਪਈਏ ਦਾ ਨੋਟ ਹੀ ਪਾਟੇਗਾ। ਮੇਰਾ 100 ਰੁਪਏ ਦਾ ਨੁਕਸਾਨ ਹੋਣਾ, ਉਹ ਕਿਸੇ ਹੋਰ ਤਰੀਕੇ ਨਾਲ ਹੋ ਜਾਏਗਾ। ਮੈਨੂੰ ਉਹਦੀ ਸਜ਼ਾ ਮਿਲਣੀ ਹੈ, ਕਿਸੇ ਰੂਪ ਵਿੱਚ ਮਿਲ ਜਾਏਗੀ। ਹੁਣ ਜਿਹੜੇ ਇੱਥੇ ਦਾਣੇ ਖਿਲਾਰਨ ਦਾ ਅਰਥ ਹੈ ਕਰਮ ਬੀਜਣੇ, ਕਰਮਾਂ ਦੇ ਬੀਜ ਬੀਜਣੇ। ਕਰਮ ਚੰਗੇ ਵੀ ਨੇ, ਕਰਮ ਮਾੜੇ ਵੀ ਨੇ। ਕਹਿੰਦੇ ਚੰਗੇ ਬੀਜ ਲੇਗਾ ਤੇ ਚੰਗਾ ਖਾ ਲੇਗਾ, ਮਾੜੇ ਬੀਜੇਗਾ ਤੇ ਮਾੜਾ ਖਾ ਲੇਗਾ। ਆਪੇ ਬੀਜ ਆਪੇ ਖਾ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਨਾਨਕ ਜੀ ਕਹਿੰਦੇ ਆ ਦੁਨੀਆ ਦੇ ਲੋਕੋ ਇਹ ਸੱਚ ਆ, ਇਹ ਸੱਚ ਆ ਵੀ ਜਿਹੜੇ ਤੁਸੀਂ ਦਾਣੇ ਬੀਜੇ ਆ ਉਹ ਤੁਹਾਨੂੰ ਖਾਣੇ ਪੈਣੇ ਆ। ਉਹ ਚੰਗੇ ਬੀਜ ਲਓ, ਮਾੜੇ ਬੀਜ ਲਓ, ਉਹ ਅੰਮ੍ਰਿਤ ਬੀਜ ਲਓ, ਉਹ ਜ਼ਹਿਰ ਬੀਜ ਲਓ, ਤੁਹਾਨੂੰ ਖਾਣੇ ਪੈਣੇ। ਹੁਣ ਇੱਥੇ ਜਹਾਂ ਦਾਣੇ ਤਹਾਂ ਖਾਣੇ ਦਾ ਅਰਥ ਹੈ ਕਰਮਾਂ ਦੇ ਬੀਜ, ਕਰਮਾਂ ਦੇ ਦਾਣੇ, ਕਰਮ ਕਰਨੇ। ਤੇ ਅਸੀਂ ਜਹਾਂ ਦਾਣੇ ਤਹਾਂ ਖਾਣੇ ਦਾ ਅਰਥ ਕੀ ਕੀਤਾ? ਰੋਟੀ, ਰੋਜੀ ਰੋਟੀ। ਅਸੀਂ ਇਹ ਅਰਥ ਕਰ ਰਹੇ ਹਾਂ, ਪਰ ਅਰਥ ਸਾਰਾ ਦੋ ਪੰਕਤੀਆਂ ਨੂੰ ਧਿਆਨ ਨਾਲ ਪੜਿਓ, ਤੁਸੀਂ ਜਾ ਕੇ ਪੜਿਓ। ਇੱਕ ਗੱਲ ਹੋਰ ਕਹਿਣੀ ਚਾਹਾਂਗਾ, ਇਹ ਜਿਹੜਾ ਸ਼ਲੋਕ ਜਦੋਂ ਅਰਥ ਕੀਤਾ ਨਾ ਸਾਸਨ ਪ੍ਰੋਫੈਸਰ ਸਾਹਿਬ ਸਿੰਘ ਨੇ, ਤੁਸੀਂ ਪੜਿਓ, ਸਭ ਤੋਂ ਵਧੀਆ ਸਾਡੇ ਵਾਸਤੇ ਜਿਹੜਾ ਟੀਕਾ ਕੀਤਾ ਆ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ। ਪਰ ਪ੍ਰੋਫੈਸਰ ਸਾਹਿਬ ਸਿੰਘ ਵੀ ਪਤਾ ਨਹੀਂ ਕਿਉਂ ਇੱਥੇ ਗੜਬੜ ਕਰ ਗਏ ਥੋੜੀ ਜਿਹੀ। ਜਦੋਂ ਉਹਨਾਂ ਨੇ ਪਦ ਅਰਥ ਕੀਤੇ ਨਾ, ਉਦੋਂ ਕਿਰਤ ਦਾ ਅਰਥ ਉਹਨਾਂ ਸੁਭਾਅ ਕੀਤਾ ਗ੍ਰਾਮਰ ਅਨੁਸਾਰ, ਕਿਉਂਕਿ ਗ੍ਰਾਮਰ ਦੀ ਖੋਜ ਉਹਨਾਂ ਨੇ ਕੀਤੀ ਸੀ। ਪਰ ਜਦੋਂ ਅੱਗੇ ਜਾ ਕੇ ਅਰਥ ਕੀਤਾ ਤੇ ਥੋੜੀ ਜਿਹੀ ਗੜਬੜ ਕਰ ਗਏ, ਕਲੀਅਰ ਨਹੀਂ ਕੀਤੀ, ਕਲੈਰੀਫਿਕੇਸ਼ਨ ਨਹੀਂ ਹੈਗੀ। ਕਿਸੇ ਦਬਾਅ ਵਿੱਚ ਸੀ ਜਾਂ ਕਿ ਡਰ ਸੀ, ਕੀ ਸੀ ਸਮਝ ਨਹੀਂ ਆਉਂਦੀ ਵੀ ਜਾਂ ਕਿਤੇ ਜਾਣੇ ਅਣਜਾਣੇ ਚ ਹੋ ਗਿਆ, ਜਾਂ ਕਿਤੇ ਅੱਗੇ ਕਿਤੇ ਪ੍ਰਿੰਟਿੰਗ ਮਿਸਟੇਕ ਹੋ ਗਈ, ਜਾਂ ਅੱਗੋਂ ਕਿਸੇ ਨੇ ਗਲਤੀ ਕਰ ਦਿੱਤੀ। ਪ੍ਰੋਫੈਸਰ ਸਾਹਿਬ ਸਿੰਘ ਬਹੁਤ ਵੱਡੇ ਵਿਦਵਾਨ ਨੇ, ਧੰਨ ਨੇ ਉਹਨਾਂ ਦੀ, ਧੰਨ ਹੈ ਕਮਾਈ ਉਹਨਾਂ ਦੀ।
ਉਹ ਹਿੰਦੂ ਤੋਂ ਸਿੱਖ ਬਣੇ ਸਨ। ਪ੍ਰੋਫੈਸਰ ਸਾਹਿਬ ਸਿੰਘ, ਉਹਨਾਂ ਦੇ 2 ਬੱਚੇ ਨੇ ਅੱਜ, ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੇ ਡਾਕਟਰ ਦਲਜੀਤ ਸਿੰਘ ਅੰਮ੍ਰਿਤਸਰ ਅੱਖਾਂ ਦੇ ਹਸਪੀਟਲ ਦੇ। ਬੜੇ ਪਿਆਰੇ ਬੱਚੇ, ਬੜੀ ਸੇਵਾ ਕਰ ਰਹੇ ਨੇ ਮਨੁੱਖਤਾ ਦੀ। ਪਰ ਜਿੱਥੇ ਗਲਤੀ ਹੈ ਉਹ ਤੇ ਗਲਤੀ ਤੇ ਹੈ ਹੀ ਹੈ ਨਾ ਸਾਥ ਸੰਗਤ। ਆਓ ਆਪਣੇ ਬਚਨਾਂ ਤੇ। ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰੇ ਸੋ ਹੋਏ। तेरा जोर तेरी मन टेक, हे वैगुरु मैनू तेरा ही जोर आ, ताकत आ, मैं तुहाडी ही टेक रखदा किसी होर दी नहीं। तेरा जोर तेरी मन टेक, सदा सदा जप नानक एक। मैं सदा हमेशा ऑलवेज जपदा वां किनू जी? नानक एक, वो इको ही है भाई जिन्हों मैं जपदा। वो तुहानू पता है, वो जिहड़ा एक है ना, तुहानू पता है मैं वो इको नू जपदा, किसी होर नू नहीं। फिर हजूर कहंदे आ, सब उपर पार ब्रह्म दातार। सारियां तो उपर, सारियां तो वड्डा पार ब्रह्म दातार है। उस तो वड्डा कोई है ही नहीं। ते एडा वड्डा आ ते नाल दतार जे, दाता जे, वो दतार एहसास, वो दाता आ। देखो किड्डा वड्डा दाता है। जे असी शरीर नूं वेखीए ना साध संगत, ओदियां दातां दा लेखा जोखा नहीं असी कर सकते। ओदियां इन्नियां दातां साडे शरीर विच, साडे जीवन विच कि असी उह तों वारे जाण जोगे नहीं। तुसी अखां देख लो ते अखां बंद करके तुसी किते एक दिन गुजार के देखो। अखां बंद करके पट्टी बंद लो ते एक दिन गुजार के देखो, अखां दी वैल्यू दा पता लगे। उस रब ने देखो मां है, मास ही आ, मास दी अखां बनाती। ये अखां है मास ही आ, अखां ये मास वेख रहा है। और ये मास जिहड़ा असीं भोजन छकदे हां उत्थों ही चक रहीआं अखां। अखां बनदियां ने, नवीआं बनदियां, अखां अपने बनी जांदियां ने। पुराने सैल डैड होई जांदे, नवे सैल बनी जांदे। कैसा कृष्ण, कैसी इंजीनियर है परमात्मा दी। ते ध्यान रखना, उन शरीर नूं समझ लईए ना साध संगत, ते असीं वारे जाण जोगे नहीं रब तों। गुरु कहंदे ने सब उपर पार ब्रह्मया ते दतार आ। बड़ा वड्डा दाता है दतार। तेरी टेक तेरा आधार, हे वैगुरु मैनू ते तेरी टेक आ, मैं तेरा ही आधार आसरा लैंदा। अगली गल कीती है, तू है तू होवनहार है। तू पहलों हैगा सी, तू है, तू हुण भी हैगा। होवनहार, आने वाले समय अंदर भी तू होवेगा। है तू होवनहार, अगम अगाध ऊंच अपार। तू अगम अगाध है, तू ऊंचे, तू अपार में। अपार का अर्थ जिहदा आर पार कोई ना हो, किनारा ना हो, ना ये किनारा ते ना वो किनारा। एडा वड्डा आ, वो अपरंपर आ परमात्मा। जो तुद सेवे तिन भौ दुख नाहे। हे वैगुरु जो तेनू सिमरदे आ उन्हां नूं भौ दा अर्थ डर, दुख, दुख नहीं रहिंदा। तिन भौ दुख नाहे, उन्हां दे अंदर डर, उन्हां दे अंदर दा दुख नहीं रहिंदा। जिहड़े तेनू सिमरदे आ, जिहड़े सच्चे दिलों शुद्धता नाल तेरे नाल जुड़ गए। गुर प्रसाद नानक गुण गाहे। ये नानक गुरु दी कृपा नाल तेरे गुण गाउंदा है। गुर प्रसाद गुरु दी कृपा नाल नानक गुण गाहे। हे भाई, गुरु दी कृपा नाल तुसी परमात्मा दे गुणां नूं गाया करो, ਉਹਦੀਆਂ ਸਿਫਤਾਂ ਕਰਿਆ ਕਰੋ, ਉਹਨੂੰ ਯਾਦ ਕਰਿਆ ਕਰੋ, ਉਹਦਾ ਧੰਨਵਾਦ ਕਰਿਆ ਕਰੋ, ਸ਼ੁਕਰ ਕਰਿਆ ਕਰੋ। ਉਹਦਾ ਸ਼ੁਕਰ ਆ ਵਾਹਿਗੁਰੂ। ਸਵੇਰੇ ਉੱਠੇ ਆ, ਸ਼ੁਕਰ ਆ ਵੀ ਅਸੀਂ ਜਿਉਂਦੇ ਆ।
रोटी पानी छकते आ, शुक्र आ भी रोटी पानी पच रहा है। हे वाहिगुरू तेरा शुक्र आ, सवास सवास दम दम असीं शुक्र करिए ਉਹਦਾ। गुर प्रसाद नानक गुण गाहे। आओ एक मिनट वास्ते साध संगत वाहिगुरु 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 तो शासन इस तो अगे हजूर आखदे ने जो दिसै सो तेरा रूप। जो भी दिसदा है वाहिगुरू ये तेरा ही रूप आ। जीव जंतु संसार ये कुदरत, क्योंकि सारा कुछ रब तो ही पैदा होया, ये निर्गुण तो ही पैदा होया, ते जिस तो पैदा होया ये ओदा एक रूप है। जो दिसै सो तेरा रूप, गुण निधान गोविंद अनूप। गुण निधान वो गुणा का खजाना है। गोविंद गोविंद का अर्थ वैसे नाम है रब का, वैसे इसका अखरी अर्थ होंदा धरती का प्रतिपालक। गुण निधान गोविंद अनूप का अर्थ जिहदी उपमा नहीं की जा सकती, जिहदी सिफत वडियाई नहीं की जा सकती। हे वाहिगुरू तेरी सिफत, तेरियां सिफतां वडियाइयां ही इन्नियां ने कि असीं कर ही नहीं सकते। अनूप सिमर 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 जन सोए। जेड़े ओदे जाने आ ना, ओदे दास ओदे भगत वो सिमरदे ने, रब नूं सिमरदे ने, सिमरदे ने। ये 3 वार कहा जी सिमर 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 जन सोए। असीं भी 3 तरह सिमरना रब नूं। वो किवें जी? मन करके भी सिमरना है, तन करके भी सिमरना है, ते बचना करके भी सिमरना है। मन बच करम सेविए, मन करके कर्मा करके बचना करके। ये नहीं भी बंदा मन करके सिमरन कर रहा ते कर्म माड़े करी जाता।
नहीं कर्म भी चंगे बनाने हैं। सिमर 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 जन सोए, नानक कर्म प्राप्त होए। इत्थे कर्म दा अर्थ कर्म नहीं, काम नहीं, कर्म दा अर्थ है बख्शिश। बाणी दे विच कर्म दा अर्थ काम भी आया है, कर्म कांड भी आया है, कीते हुए कर्म भी आया है, कर्म दा अर्थ बख्शिश भी आया है। कर्म खंड की बाणी जोरदार अर्थ है बख्शिश दा खंड। गुरु कहते ने नानक कर्म प्राप्त होए, वो बख्शिश दे नाल प्राप्त हुंदा। ਐਵੇਂ नहीं है भी इत्थों बाजार गए तो चक लिया, इवें तो नहीं हुंदा ना भी चलो जी बाजार चों लैणे आ, पैसे दिओ ते वस्तु लो। रब इवें नहीं मिलता, वो तो बख्शिश नाल मिलदा, उत्थे बख्शिश काम आउंदी जी। हाँ हुण ये सोचना भी उहदी बख्शिश आपां किवें लईए। मिलदा आ बख्शिश नाल, किसी होर ताकत नाल, सियाणप नाल, चलाकियां नाल, पैसे नाल, सोने नाल रब नहीं मिलदा, मिलता है बख्शिश नाल। नानक कर्म प्राप्त होए, जिन जपिया तिस को बलहार। जिन्हां ने जपिया, गुरु अर्जन साहब कहते हैं मैं नानक दी मोहर ला के कहना मैं उहदे तो वारे जावां, ऐसे बंदे तो बलहारे जावां मैं जिहड़ा रब नूं जपदा है। जिन जपिया, जिस बंदे, जिस दुनिया दे किसे बंदे ने, वो सिखां विच होवे, वो हिंदू विच होवे, वो मुसलमानां विच होवे, कोई भी होवे, दुनिया दा कोई बंदा जिन्हें रब नूं जपिया है, तिस को बलहार, मैं उहदे तो बलहारे जावां। ते तिस कै संग तरे संसार, कहंदे ओहदा संग करे ना आ सारा संसार ही भावां तर जा। ओहदा संग करके सारा संसार तर सकदा, जे नहीं कीता ते नहीं तरेगा। हुण देखो जी जहाज एक आ, उस जहाज विच सारी दुनिया बह सकदी, कोई लिमिट नहीं है, क्योंकि इहदे विच शरीर नहीं बैठदा, इहदे विच मन बैठदा। गुरबाणी जहाज है जी, गुरबाणी जहाज आ ते गुरबाणी दे विच मन जोड़ दईए, मन बिठा दईए, भावां एक बंदा बह जाए ते भावां सारी दुनिया बह जाए, इहदी कोई लिमिट थोड़ा। गुरबाणी नूं भावां सारी दुनिया मान ले, भावां सारा ब्रह्मंड मान ले, जिहड़ा मन गया वो तर गया, जिहड़ा मन गया वो बैठ गया, जिहड़ा नहीं मनदा वो नहीं बैठिया। ते हजूर कहंदे ने जिन जपिया तिस को बलहार, तिसके संग तरे संसार, संसार तर सकदा है। कहो नानक प्रभ लोचा पूर, हे वैगुरु मेरी एक लोचा आ, लोचा दा अर्थ इच्छा, मेरी एक इच्छा आ, यही पूर दा अर्थ पूर दे, पूरी कर दे मेरी इच्छा। मेरी एक इच्छा आ भी मैनू नाम दी दात दे, मैनू अपनी दीदार बख्श, दीद ने दीदार, मैनू अपनी दीदारां दी, मैनू तेरे नाम दी लोड़ आ, ये मेरी मांग आ, ये मेरी इच्छा आ, लोचा आ। कहो नानक प्रभ लोचा पूर, संत जना के बाँचो दूर। मैं संत जना दी भाव गुणा दी धूड़ लोचदा हां। मैं गुण चाहुंदा कि मैनू गुण दे वैगुरू, मैं गुणा दे विच तेरी प्राप्ति कर लवां, क्योंकि गुणा दे विच सारियां रहमतां होण। ये अज दा मुख वाक है जी। बेअंत भुल्लां चुकां दी खिमा, संगत गुरु पातशाह बख्शण योग बख्श लेना जी। फतेह प्रवान करो। वाहिगुरु जी का खालसा, वाहिगुरु जी की फतेह। एक ओंकार निर्भय निर्वैर अकाल मूरत, गुर प्रसाद एक ओंकार। सतनाम करता पुरख निर्भय निर्वैर अकाल मूरत, अजूनी सैभं।
ਇਕ ਓੰਕਾਰ ਸਤਨਾਮ ਕਰਤਾ